ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਗਗਨਦੀਪ ਸਿੰਘ ਤੇ ਉਹਨਾਂ ਦੇ ਜਥੇ ਪਾਸੋਂ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਸ਼ੁੱਕਰਵਾਰ ਵਾਲੇ ਦਿਨ ਆਪਾਂ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝਣ ਦਾ ਯਤਨ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 82 ਅਤੇ 83 ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1382 ਤੇ ਦਰਜ ਹਨ। ਅੱਜ ਦੀ ਇਹ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੋਮਵਾਰ ਵਾਲੇ ਦਿਨ 2 ਮਈ ਨੂੰ ਸੀ। ਥੋੜ੍ਹਾ ਜਿਹਾ ਤੁਹਾਡਾ ਸਮਾਂ ਉਸ ਦਿਨ ਦੇ ਸੰਬੰਧ ਵਿੱਚ ਲੈਣਾ ਚਾਹੁੰਦਾ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿਖੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਬਹੁਤ ਵੱਡੇ ਸਤਿਕਾਰਯੋਗ ਮਾਤਾ ਭਾਨੀ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਸੀ। ਆਪਾਂ ਸਭਨਾਂ ਨੂੰ ਪਤਾ ਹੈ ਕਿ ਗੁਰਬਾਣੀ ਦੇ ਅੰਦਰ ਇਹ ਬਚਨ ਲਿਖੇ ਗਏ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬਹੁਤ ਵਿਰਲੇ ਲੋਕ ਸੰਸਾਰ ਵਿੱਚ ਆਉਂਦੇ ਨੇ ਜਿਹੜੇ ਜਨਮ ਤੋਂ ਹੀ ਪਰਮਾਤਮਾ ਨੂੰ ਪਹਿਚਾਨ ਲੈਂਦੇ ਨੇ ਜਾਂ ਸਮਝ ਲੈਂਦੇ ਨੇ। ਸਾਡੇ ਵਰਗੀ ਬੇਅੰਤ ਦੁਨੀਆ ਇਸ ਸੰਸਾਰ ਵਿੱਚ ਆਉਂਦੀ ਏ। ਜਨਮ ਤੋਂ ਕਿ ਅਸੀਂ ਜਨਮ ਲੈ ਕੇ ਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ, ਮਰਨ ਤੱਕ ਸਾਨੂੰ ਬ੍ਰਹਮ ਦਾ ਨਹੀਂ ਪਤਾ ਲੱਗਦਾ ਕਿ ਪਰਮਾਤਮਾ ਕੀ ਹੈ। ਆਪਾਂ ਸਾਰੇ ਹੀ ਜੇ ਆਪਣੇ ਵੱਲ ਝਾਤੀ ਮਾਰ ਵੇਖੀਏ ਤੇ ਬਜ਼ੁਰਗ ਅਵਸਥਾ ਵਿੱਚ ਵੀ ਅਸੀਂ ਲੋਕਾਂ ਨੂੰ ਪੁੱਛਦੇ ਫਿਰਦੇ ਹਾਂ, ਪਰਮਾਤਮਾ ਕਿਸ ਨੂੰ ਆਖਦੇ ਨੇ, ਪਰਮਾਤਮਾ ਕੀ ਹੁੰਦਾ ਹੈ, ਪਰਮਾਤਮਾ ਹੈ ਵੀ ਕਿ ਨਹੀਂ ਹੈ। ਜਨਮ ਤੋਂ ਬ੍ਰਹਮ ਨੂੰ ਪਛਾਨਣਾ ਤੇ ਦੂਰ ਦੀ ਗੱਲ ਏ। ਅਸੀਂ ਸਾਰੀ ਜ਼ਿੰਦਗੀ ਵਿੱਚ ਵੀ ਬ੍ਰਹਮ ਨੂੰ ਨਹੀਂ ਪਛਾਣ ਪਾਉਂਦੇ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰਮਤ ਦੇ ਦੁਆਰਾ, ਗੁਰੂ ਦੀ ਮਤ ਮੁਤਾਬਿਕ, ਐ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਪਰਮਾਤਮਾ ਨੂੰ ਸਮਝ ਲਿਆ ਸੀ। ਆਪਾਂ ਵੇਖਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਜਨਮ ਤੋਂ ਹੀ ਬ੍ਰਹਮ ਨੂੰ ਪਛਾਣਿਆ ਸੀ, ਉਹਨਾਂ ਨੂੰ ਤੇ ਸੰਸਾਰ ਵਿੱਚ ਭੇਜਿਆ ਗਿਆ ਸੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਠਾਇਆ ਦਾ ਮਤਲਬ ਹੁੰਦਾ ਭੇਜਿਆ ਗਿਆ।
ਸੋ ਗੁਰੂ ਨਾਨਕ ਦੇਵ ਮਹਾਰਾਜ ਜਨਮ ਤੋਂ ਬ੍ਰਹਮ ਨੂੰ ਪਛਾਣਦੇ ਸਨ ਤੇ ਫਿਰ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਤੋਂ ਬਾਅਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਵੱਲ ਵੇਖੀਏ, ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹੀਏ ਤੇ ਉਹਨਾਂ ਨੇ ਕੋਈ ਨਹੀਂ ਸੀ ਜਨਮ ਤੋਂ ਪਹਿਚਾਣਿਆ ਬ੍ਰਹਮ ਨੂੰ। ਭਾਈ ਲਹਿਣਾ ਜੀ ਤੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸਨ, ਉਹਦੀਆਂ ਭੇਟਾਂ ਗਾਉਂਦੇ ਹੁੰਦੇ ਸਨ, ਬ੍ਰਹਮ ਨੂੰ ਕੀ ਪਹਿਚਾਨਣਾ ਸੀ ਉਹਨਾਂ। ਗੁਰੂ ਅਮਰਦਾਸ ਮਹਾਰਾਜ ਤੀਰਥਾਂ ਦਾ ਇਸ਼ਨਾਨ ਕਰਦੇ ਰਹੇ। 22-23 ਵਾਰੀ ਉਹ ਹਰਿਦੁਆਰ ਨਹਾਉਣ ਗਏ ਗੰਗਾ ਵਿੱਚ, ਜਨਮ ਤੋਂ ਕੋਈ ਬ੍ਰਹਮ ਨਹੀਂ ਪਹਿਚਾਣਿਆ। ਭਾਈ ਜੇਠਾ ਜੀ ਨੇ ਜਨਮ ਤੋਂ ਬ੍ਰਹਮ ਨਹੀਂ ਪਹਿਚਾਣਿਆ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਨ ਲਿਆ। ਛੋਟੀ ਜੀ ਉਮਰ ਵਿੱਚ ਸਨ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ, ਜੋ ਉਹਨਾਂ ਦੇ ਰਿਸ਼ਤੇ ਵਜੋਂ ਨਾਨਾ ਜੀ ਲੱਗਦੇ ਸਨ, ਉਹਨਾਂ ਨੇ ਇੱਕ ਦਿਨ ਆਖਿਆ ਸੀ, ਦੋਹਤਾ ਬਾਣੀ ਕਾ ਬੋਹਤਾ। ਇਹ ਸਾਡਾ ਦੋਹਤਰਾ ਬਾਣੀ ਦਾ ਜਹਾਜ਼ ਰਚੇਗਾ ਤੇ ਉਹ ਜਹਾਜ਼ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੀ ਸੰਪਾਦਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਈ। ਇਹ ਉਹਨਾਂ ਦੇ ਜੀਵਨ ਦਾ ਇੱਕ ਮਹਾਨ ਕਾਰਨਾਮਾ ਹੈ, ਇੱਕ ਮਹਾਨ ਵੱਡਾ ਕਾਰਜ ਹੈ। ਜੇ ਕਿਤੇ ਆਦਿ ਬੀੜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾ ਬਣਵਾਈ ਹੁੰਦੀ ਤੇ ਸ਼ਾਇਦ ਅੱਜ ਸਿੱਖੀ ਦਾ ਸਰੂਪ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਅੱਜ ਹੈ ਸਾਡੇ ਕੋਲੇ ਸ਼ਾਇਦ ਨਾ ਹੁੰਦਾ। ਇਹ ਬਹੁਤ ਵੱਡਾ ਉਪਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਨੁੱਖਤਾ ਉੱਤੇ ਹੈ, ਮਾਨਵਤਾ ਦੇ ਉੱਤੇ ਹੈ, ਕੱਲਿਆਂ ਸਿੱਖਾਂ ਤੇ ਨਹੀਂ। ਅੱਜ ਸਮੁੱਚੀ ਮਨੁੱਖਤਾ ਨੂੰ ਇਹ ਅਧਿਕਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੋਈ ਵੀ ਮਨੁੱਖ ਪੜ੍ਹ ਸਕਦਾ ਹੈ। ਉਹ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਕਿਸੇ ਕਬੀਲੇ ਨਾਲ, ਕਿਸੇ ਮੁਲਕ ਨਾਲ, ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹੇ, ਵਿਚਾਰੇ, ਸਮਝੇ ਤੇ ਜੀਵਨ ਵਿੱਚ ਅਪਣਾ ਕੇ ਆਪਣਾ ਜੀਵਨ ਸਫਲ ਬਣਾ ਲਵੇ। ਇਹ ਦੇਣ, ਇਹ ਦਾਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਾਡੇ ਪਾਸ ਮੌਜੂਦ ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਜਿੱਥੇ ਕਈ ਥਾਈਂ ਸਰੋਵਰ ਬਣਵਾਏ, ਉਹਦੇ ਨਾਲ ਨਾਲ ਉਹਨਾਂ ਨੇ ਕੁਝ ਗੁਰਦੁਆਰਿਆਂ ਦੀ ਉਸਾਰੀ ਕਰਵਾਈ, ਜਿਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਹੈ, ਜਿਸ ਦੀ ਨੀਂਹ ਉਹਨਾਂ ਨੇ ਜਾਤੀਵਾਦ ਦੇ ਭੇਦਭਾਵ ਨੂੰ ਖਤਮ ਕਰਨ ਵਾਸਤੇ ਇੱਕ ਮੁਸਲਮਾਨ ਸਾਈਂ ਫਕੀਰ ਤੋਂ ਰਖਵਾਈ। ਫਿਰ ਉਹਦੇ 4 ਦਰਵਾਜ਼ੇ ਰਖਵਾ ਦਿੱਤੇ। ਉਸ ਵਕਤ ਭਾਰਤ ਦੇ ਅੰਦਰ 4 ਵਰਨ ਮੰਨੇ ਜਾਂਦੇ ਸਨ, ਯਾਨੀ ਮਨੁੱਖਤਾ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਬ੍ਰਾਹਮਣ, ਫਿਰ ਖੱਤਰੀ, ਫਿਰ ਵੈਸ਼ ਤੇ ਫਿਰ ਸ਼ੂਦਰ। ਉਤਲੇ 2 ਨੂੰ ਛੱਡ ਕੇ ਥੱਲੇ ਵਾਲੇ 2 ਨੂੰ ਤੇ ਮੰਦਰਾਂ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ। ਕਈ ਮੰਦਰ ਅੱਜ ਵੀ ਭਾਰਤ ਵਿੱਚ ਨੇ ਜਿੱਥੇ ਔਰਤ ਅੱਜ ਵੀ ਨਹੀਂ ਅੰਦਰ ਪ੍ਰਵੇਸ਼ ਕਰ ਸਕਦੀ। ਗੁਰੂ ਮਹਾਰਾਜ ਜੀ ਨੇ ਚਾਰੇ ਦਿਸ਼ਾਵਾਂ ਵਿੱਚ 4 ਦਰਵਾਜ਼ੇ ਰੱਖ ਕੇ ਤੇ ਸਮੁੱਚੀ ਮਾਨਵਤਾ ਨੂੰ ਸੱਦਾ ਦਿੱਤਾ ਕਿ ਇਹ ਗੁਰੂ ਨਾਨਕ ਸਾਹਿਬ ਦਾ ਘਰ ਸਭਨਾਂ ਵਾਸਤੇ 4 ਚੁਫੇਰਿਓਂ ਹੀ ਖੁੱਲ੍ਹਾ ਹੋਇਆ ਹੈ। ਜਿੱਧਰੋਂ ਕੋਈ ਮਰਜ਼ੀ ਆਵੇ, ਜੀ ਆਇਆਂ ਨੂੰ, ਕੋਈ ਰੁਕਾਵਟ ਨਹੀਂ ਕਿਸੇ ਨੂੰ। ਹੁਣ ਕੋਈ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਨਹੀਂ ਕੱਢੇਗਾ। ਹੁਣ ਨਾਮਦੇਵ ਜੀ ਨੂੰ ਇਹ ਨਹੀਂ ਆਖਣਾ ਪਵੇਗਾ
ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮੈਨੂੰ ਕਿਉਂ ਜਨਮ ਦਿੱਤਾ ਈ ਛੀਂਬਿਆਂ ਦੇ ਘਰ, ਜੇ ਮੈਨੂੰ ਧਰਮ ਮੰਦਰਾਂ ਵਿੱਚੋਂ ਧੱਕੇ ਵੱਜਣੇ ਸਨ ਤਾਂ। ਪਰ ਹੁਣ ਕੋਈ ਨਹੀਂ ਆਖੇਗਾ। ਨਾਮਦੇਵ ਆਵੇ, ਕਬੀਰ ਆਵੇ, ਰਵਿਦਾਸ ਆਵੇ, ਸਾਈਂ ਫਰੀਦ ਆਵੇ, ਸਭਨਾਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1581 ਈਸਵੀ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਸੀ। ਉਦੋਂ ਉਹਨਾਂ ਦੀ ਉਮਰ 18 ਵਰ੍ਹਿਆਂ ਦੀ ਸੀ। ਆਪ ਜੀ ਨੇ ਬੜੇ ਵੱਡੇ ਵੱਡੇ ਮਹਾਨ ਕਾਰਨਾਮੇ ਕੀਤੇ ਤੇ ਅਖੀਰ ਉਹ ਜਿਹੜਾ ਸੱਚ ਦਾ ਉਹਨਾਂ ਨੇ ਪੱਲਾ ਫੜਿਆ ਸੀ, ਉਸ ਪੱਲੇ ਨੂੰ ਕਦੇ ਨਾ ਛੱਡਿਆ। ਉਹਦੇ ਲਈ ਉਹਨਾਂ ਨੂੰ ਜਾਣ ਦੀ ਬਾਜ਼ੀ ਵੀ ਲਗਾਉਣੀ ਪਈ ਤੇ ਉਹਨਾਂ ਨੇ ਲਗਾ ਦਿੱਤੀ। ਉਹਨਾਂ ਨਾ ਸੋਚਿਆ ਕਿ ਮੇਰਾ ਛੋਟਾ ਜਿਹਾ ਸਾਹਿਬਜ਼ਾਦਾ 11 ਸਾਲਾਂ ਦਾ ਹੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਦੋਂ, ਉਹਦਾ ਕੀ ਬਣੇਗਾ। ਲੇਕਿਨ ਉਹਨਾਂ ਨੇ ਮਾਨਵਤਾ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਯਾਨੀ ਉਸ ਵਕਤ ਆਦਿ ਬੀੜ ਸਾਹਿਬ, ਉਸ ਦੀ ਸੇਵਾ ਸੰਭਾਲ ਲਈ, ਉਹਦੇ ਵਿੱਚ ਕੋਈ ਮਿਲਾਵਟ ਨਾ ਹੋ ਜਾਏ, ਇਹੋ ਜਿਹੇ ਲੋਕ ਆ ਕੇ ਆਪਣੀ ਬਾਣੀ ਇਹਦੇ ਵਿੱਚ ਰਲਾ ਨਾ ਦੇਣ ਜਿਹੜੇ ਕਹਿੰਦੇ ਸੀ ਮੈਂ ਉਹੀ ਰੇ, ਮੈਂ ਉਹੀ ਰੇ, ਮੈਂ ਤੇ ਰੱਬ ਵਿੱਚ ਕੋਈ ਭੇਦ ਹੀ ਨਹੀਂ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹਾਦਤ ਦੇਣੀ ਪਈ, ਪਰ ਉਹਨਾਂ ਨੇ ਸੱਚ ਦਾ ਪੱਲਾ ਐਸਾ ਫੜਿਆ, ਉਸ ਨੂੰ ਕਦੇ ਨਾ ਛੱਡਿਆ। ਸੋ ਸੋਮਵਾਰ ਵਾਲੇ ਦਿਨ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ। ਆਪ ਸਭਨਾਂ ਨੂੰ ਉਹਨਾਂ ਦਾ ਪ੍ਰਕਾਸ਼ ਪੁਰਬ ਮੁਬਾਰਕ ਹੋਵੇ। ਪਿਛਲੀ ਕਥਾ ਵਿੱਚ ਆਪਾਂ ਇਹ ਸ਼ਲੋਕ ਸਮਝਿਆ ਸੀ ਬਾਬਾ ਫਰੀਦ ਜੀ ਦਾ, ਜਿਹਦੇ ਵਿੱਚ ਫਰੀਦ ਸਾਹਿਬ ਇਹ ਗੱਲ ਕਹਿੰਦੇ ਸਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਲੇਕਿਨ ਦੁੱਖ ਸਬਾਇਆ ਜਗ। ਮੈਂ ਸਮਝਦਾ ਸਾਂ ਮੇਰਾ ਹੀ ਮਨ ਭਟਕਦਾ ਏ, ਮੈਂ ਸਮਝਦਾ ਸਾਂ ਮੈਨੂੰ ਹੀ ਜਨਮ ਤੇ ਮਰਨ ਦਾ ਦੁੱਖ ਵਿਆਪਿਆ ਲੱਗਿਆ ਹੋਇਆ ਹੈ, ਮੈਂ ਸਮਝਦਾ ਸਾਂ ਮੈਨੂੰ ਹੀ ਹਉਮੈ ਵਿਆਪਦੀ ਏ। ਪਰ ਜਦੋਂ ਮੈਂ ਉੱਚੇ ਚੜ੍ਹ ਕੇ ਦੇਖਿਆ, ਯਾਨੀ ਥੋੜਾ ਉੱਚੀ ਅਵਸਥਾ ਵਿੱਚ ਗਿਆ ਨਾਮ ਸਿਮਰਨ ਕਰਕੇ, ਪ੍ਰਭੂ ਦੀ ਭਗਤੀ ਕਰਕੇ, ਜਦੋਂ ਮੈਂ ਉਤਲੀਆਂ ਅਵਸਥਾਵਾਂ ਵਿੱਚ ਗਿਆ ਤੇ ਜਾ ਕੇ ਕੀ ਵੇਖਿਆ, ਤਾਂ ਘਰ ਘਰ ਇਹ ਅੱਗ, ਇਹ ਦੁੱਖ ਤੇ ਸਾਰੇ ਸੰਸਾਰ ਵਿੱਚ ਹੀ ਵਿਆਪ ਰਿਹਾ। ਹਉਮੈ ਦੀਰਘ ਰੋਗ ਹੈ, ਇਹ ਸਭ ਤੋਂ ਵੱਡਾ ਰੋਗ ਸਮੁੱਚੀ ਮਾਨਵਤਾ ਨੂੰ ਖਾਈ ਜਾ ਰਿਹਾ ਹੈ। ਔਰ ਇਹ ਹਉਮੈ ਹੀ ਸਾਡੇ ਜਨਮ ਤੇ ਮਰਨ ਦਾ ਕਾਰਨ ਬਣਦੀ ਹੈ। ਹਉਮੈ ਹੀ ਸਾਨੂੰ ਇੱਕ ਦੂਜੇ ਤੋਂ ਵੱਖਰਿਆਂ ਕਰਦੀ ਏ ਤੇ ਹਉਮੈ ਨੇ ਸਾਨੂੰ, ਮੈਨੂੰ ਤੇ ਪ੍ਰਮਾਤਮਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਹ ਹਉਮੈ ਵਿੱਚ ਦੀਵਾਰ ਬਣ ਕੇ ਖੜੀ ਹੋ ਗਈ ਏ। ਇਹ ਸਭ ਤੋਂ ਵੱਡਾ ਦੁੱਖ ਫਰੀਦ ਸਾਹਿਬ ਨੇ ਦੱਸਿਆ। ਉਹ ਆਂਦੇ ਨੇ ਵੀ ਇਹ ਤੇ ਸਾਰਿਆਂ ਘਰਾਂ ਵਿੱਚ ਯਾਨੀ ਹਰ ਹਿਰਦੇ ਵਿੱਚ ਇਹੋ ਹੀ ਪੀੜਾ ਏ, ਹਉਮੈ ਵਾਲੀ। ਜਦੋਂ ਬਾਬਾ ਫਰੀਦ ਜੀ ਨੇ ਹਾਲ ਪਾਰਿਆ ਕੀਤੀ ਕਿ ਇਹ ਬੜਾ ਭਿਆਨਕ ਦੁੱਖ ਏ, ਮੈਂ ਸਮਝਦਾ ਸਾਂ ਮੈਨੂੰ ਇਕੱਲੇ ਨੂੰ ਲੱਗਾ ਏ, ਪਰ ਇਹ ਤੇ ਹਰ ਮਨੁੱਖ ਨੂੰ ਲੱਗਿਆ ਹੋਇਆ ਹੈ। ਇਹਦੇ ਤੋਂ ਤਾਂ ਦੇਵੀ ਦੇਵਤੇ ਨਹੀਂ ਬਚੇ, ਇਹਦੇ ਤੋਂ ਤੇ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਬਚੇ। ਜਦੋਂ ਉਹਨਾਂ ਨੇ ਇਸ ਤਰ੍ਹਾਂ ਉੱਚੀ ਬਾਹਾਂ ਚੁੱਕ ਕੇ ਇਸ ਦੁੱਖ ਦਾ ਰੌਲਾ ਪਾਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਗੋਂ ਫਰਮਾਇਆ, ਫਰੀਦਾ ਭੂਮ ਰੰਗਾਵਲੀ, ਇਹ ਜਿਹੜਾ ਤੂੰ ਦੁੱਖ ਦਾ ਰੌਲਾ ਪਾਇਆ ਹੈ, ਇਹ ਜਿਹੜੀ ਸਾਡੀ ਹਿਰਦੇ ਰੂਪੀ ਜ਼ਮੀਨ ਹੈ ਨਾ, ਜਾਂ ਸਰੀਰ ਰੂਪੀ ਜ਼ਮੀਨ ਆਖ ਲੋ,
ਇਹ ਬੜੀ ਸੁੰਦਰ ਹੈ। ਰੰਗਾਵਲੀ ਤੋਂ ਮਤਲਬ ਇਹ ਸੋਹਣਿਆਂ ਰੰਗਾਂ ਵਾਲੀ ਏ। ਆਪਾਂ ਇਹਦੇ ਰੰਗ ਵੇਖਦੇ ਹਾਂ, ਕਦੀ ਇਹ ਬਚਪਨੇ 'ਚ ਹੁੰਦੀ ਏ, ਕਦੀ ਇਹ ਜਵਾਨੀ ਵਿੱਚ, ਕਦੀ ਬੁਢੇਪੇ ਵਿੱਚ। ਇਹ ਸਾਰੇ ਸਾਡੇ ਸਰੀਰ ਦੇ ਵੱਖਰੇ ਵੱਖਰੇ ਰੰਗ ਹਨ। ਫਰੀਦਾ ਭੂਮ ਰੰਗਾਵਲੀ ਲੇਕਿਨ ਮੰਝ ਵਿਸੂਲਾ ਬਾਗ। ਵਿਸੂਲਾ ਦਾ ਮਤਲਬ ਹੈ ਜੀ ਇੱਥੇ ਜ਼ਹਿਰ ਵਾਲਾ। ਇੱਕ ਜ਼ਹਿਰ ਦੇ ਬੂਟਿਆਂ ਦਾ, ਜ਼ਹਿਰ ਦੇ ਰੁੱਖਾਂ ਦਾ ਇੱਕ ਬਾਗ ਵੀ ਅੰਦਰ ਹੀ ਲੱਗਿਆ ਹੋਇਆ ਹੈ। ਉਹ ਜ਼ਹਿਰ ਦੇ ਰੁੱਖ ਕਿਹੜੇ ਨੇ? ਇਸ ਦੇ ਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ, ਕੋਏ ਨਾ ਸੁਣੈ ਪੁਕਾਰਾ। ਇਹ ਹੈ ਵਿਸ਼ਿਆਂ ਦਾ, ਵਿਕਾਰਾਂ ਦਾ ਤੇ ਜ਼ਹਿਰ ਦਾ ਬਾਗ, ਜਿਸ ਦੀ ਅਸੀਂ ਖੂਬ ਰਖਵਾਲੀ ਕਰਦੇ ਹਾਂ, ਜਿਸ ਨੂੰ ਅਸੀਂ ਖੂਬ ਪਾਣੀ ਪਾ ਕੇ ਸਿੰਚਦੇ ਹਾਂ। ਅਸੀਂ ਇਸ ਨੂੰ ਸੁੱਕਣ ਨਹੀਂ ਦਿੰਦੇ। ਅਸੀਂ ਹਰ ਵਕਤ ਵਿਕਾਰਾਂ ਦਾ ਸਾਥ ਨਿਭਾਉਂਦੇ ਹਾਂ। ਮੋਹ ਮਮਤਾ ਹਰ ਵਕਤ ਸਾਡੇ ਸਿਰ ਤੇ ਸਵਾਰ ਰਹਿੰਦੀ ਏ। ਲੋਭ ਕਦੀ ਵੀ ਸਾਡੀ ਜਿੰਦ ਨਹੀਂ ਛੱਡਦਾ। ਇੱਕ ਜਣਾ ਪਾਸੇ ਹਟਦਾ ਤੇ ਦੂਜਾ ਆਣ ਸਾਡੇ ਤੇ ਸਵਾਰ ਹੁੰਦਾ ਹੈ, ਤੇ ਅਸੀਂ ਉਹਦੇ ਤੋਂ ਮੂੰਹ ਤਾਂ ਨਹੀਂ ਮੋੜਦੇ। ਅਸੀਂ ਤੇ ਉਹਦਾ ਸਾਥ ਦਿੰਦੇ ਹਾਂ ਵੀ ਜੀ ਆਇਆਂ ਨੂੰ। ਲੋਭ ਆਉਂਦਾ ਤੇ ਅਸੀਂ ਉਹਦੀ ਉਂਗਲ ਫੜ ਕੇ ਤੁਰ ਪੈਂਦੇ ਹਾਂ। ਕਾਮ ਵਾਸਨਾ ਸਾਡੇ ਤੇ ਜ਼ੋਰ ਪਾਉਂਦੀ ਤੇ ਅਸੀਂ ਉਹਦੀ ਉਂਗਲ ਫੜ ਕੇ ਉਹਦੇ ਨਾਲ ਚੱਲ ਪੈਂਦੇ ਹਾਂ। ਇਹ ਹੈ ਵਿਸ਼ਿਆਂ ਦਾ ਬਾਗ, ਜਿਸ ਨੂੰ ਅਸੀਂ ਪ੍ਰਫੁੱਲਤ ਰੱਖਿਆ ਹੋਇਆ ਹੈ। ਗੁਰੂ ਜੀ ਨੇ ਆਖਿਆ, ਫਰੀਦਾ ਇਹ ਸਰੀਰ, ਇਹ ਹਿਰਦਾ ਸੀ ਤੇ ਭੂਮੀ ਬੜੀ ਰੰਗ ਵਾਲੀ, ਬੜੀ ਪਿਆਰੀ, ਬੜੀ ਸੋਹਣੀ। ਪਰ ਪਰਮੇਸ਼ਵਰ ਨੇ ਇਹਦੇ ਵਿੱਚ ਇੱਕ ਵਿਉਹ ਦਾ, ਇੱਕ ਜ਼ਹਿਰ ਦਾ ਬਾਗ ਵੀ ਉਗਾਇਆ ਹੋਇਆ ਹੈ, ਤੇ ਸਾਨੂੰ ਸੁਚੇਤ ਵੀ ਕੀਤਾ ਕਿ ਇਹਨਾਂ ਤੋਂ ਬਚ ਕੇ ਰਹਿਣਾ। ਇਹ ਜਿਹੜੇ ਰੁੱਖ ਨੇ, ਇਹਨਾਂ ਨੂੰ ਜਿਹੜੇ ਫਲ ਲੱਗਦੇ ਨੇ ਉਹ ਜ਼ਹਿਰ ਵਾਲੇ ਲੱਗਦੇ ਨੇ। ਵੇਖਿਆ ਜੇ ਕਿਤੇ ਉਹ ਨਾ ਖਾਇਆ ਜੇ। ਸਾਨੂੰ ਬਾਰ-ਬਾਰ ਗੁਰਬਾਣੀ ਵਿੱਚ ਸਮਝਾਇਆ ਗਿਆ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਜੋ ਜਨ ਪੀਰ ਨਿਵਾਜਿਆ। ਜਿਹੜਿਆਂ ਸੇਵਕਾਂ ਦੀ ਪੀਰ ਮੈਨੇ ਇੱਥੇ ਗੁਰੂ ਨੇ ਬਾਂਹ ਫੜ ਲਈ। ਗੁਰੂ ਨੇ ਜਿਸ ਮਨੁੱਖ ਦੀ ਸੁਰਤ ਨੂੰ ਉੱਚਿਆਂ ਚੁੱਕ ਦਿੱਤਾ, ਤਿੰਨਾ ਅੰਚ ਨਾ ਲਾਗ। ਅੰਚ ਦਾ ਮਤਲਬ ਅਸੀਂ ਆਂਚ ਕਹਿੰਦੇ ਹਾਂ, ਸੇਕ। ਜਿਨ੍ਹਾਂ ਦੀ ਬਾਂਹ ਗੁਰੂ ਨੇ ਫੜ ਲਈ, ਉਹਨਾਂ ਨੂੰ ਫਿਰ ਇਸ ਜਿਹੜੀ ਅੱਗ ਬਲਦੀ ਇਹਨਾਂ ਵਿਕਾਰਾਂ ਦੀ, ਤ੍ਰਿਸ਼ਨਾ ਦੀ ਸਾਡੇ ਅੰਦਰ, ਉਹਦਾ ਫਿਰ ਸੇਕ ਨਹੀਂ ਲੱਗਦਾ। ਫਿਰ ਮਨੁੱਖ ਉਹਦੇ ਤੋਂ ਬਚ ਜਾਂਦਾ ਹੈ। ਸੋ ਆਪਾਂ ਯਤਨ ਕਰਨਾ ਹੈ ਜੀ, ਜਿਹੜੇ ਗੁਰੂ ਮਹਾਰਾਜ ਜੀ ਨੇ ਸਾਨੂੰ ਬਚਨ ਸਮਝਾਏ ਨੇ ਵੀ ਇਹ ਸਰੀਰ, ਇਹ ਰੰਗ ਭੂਮੀ ਹੈ, ਰੰਗਲੀ ਭੂਮੀ ਹੈ, ਪਰ ਇਹਦੇ ਵਿੱਚ ਵਿਕਾਰ ਵੀ ਮੌਜੂਦ ਨੇ। ਬਸ ਅਸੀਂ ਕੋਸ਼ਿਸ਼ ਕਰਨੀ, ਅਸੀਂ ਵਿਕਾਰਾਂ ਤੋਂ ਬਚ ਜਾਈਏ ਤੇ ਆਪਣੇ ਜੀਵਨ ਦਾ ਆਨੰਦ ਮਾਣੀਏ। ਆਨੰਦ ਮਾਣਿਆ ਜਾਣਾ ਪ੍ਰਭੂ ਦੀ ਭਗਤੀ ਕਰਕੇ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾ ਰਸ ਪੀਓ। ਇਹ ਵਿਸ਼ਿਆਂ ਵਿਕਾਰਾਂ ਦਾ ਫਿੱਕਾ ਪਾਣੀ ਸਾਨੂੰ ਤਿਆਗਣਾ ਪਏਗਾ, ਤੇ ਪਰਮੇਸ਼ਵਰ ਦੇ ਨਾਮ ਵਾਲਾ ਮਹਾ ਰਸ ਜੋ ਹੈ, ਜਦੋਂ ਆਪਾਂ ਉਸ ਨੂੰ ਪੀਆਂਗੇ, ਫਿਰ ਤਾਗੇ ਆਂਚ ਨਾ ਲਾਗ, ਫਿਰ ਬਚ ਨਿਕਲਾਂਗੇ ਇਸ ਭਿਆਨਕ। ਇੱਕ ਨਾ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਵਿੱਚ ਛੋਟੀ ਜੀ ਘਟਨਾ ਹੈ। ਇੱਕ ਸਿੱਖ ਆ ਰਿਹਾ ਸੀ ਗੁਰੂ ਮਹਾਰਾਜ ਦੇ ਦਰਬਾਰ ਨੂੰ, ਤੇ ਰਸਤੇ ਵਿੱਚ ਉਹ ਵੇਖਦਾ ਹੈ ਕਿ ਇੱਕ ਜੰਗਲ ਨੂੰ ਅੱਗ ਲੱਗੀ ਹੋਈ ਹੈ। ਬਹੁਤ ਸਾਰੇ ਜਾਨਵਰ, ਪਸ਼ੂ, ਪੰਛੀ ਉਸ ਅੱਗ ਵਿੱਚ ਸੜ ਸੜ ਕੇ ਮਰ ਰਹੇ ਨੇ। ਅੱਗ ਇੰਨੀ ਭਿਆਨਕ ਹੈ ਕਿ ਉਹ ਭੱਜ ਕੇ ਵੀ ਵਿਚਾਰੇ ਨਹੀਂ ਨਿਕਲ ਪਾਏ। ਲੇਕਿਨ ਉਸੇ ਜੰਗਲ ਦੇ ਵਿੱਚੋਂ ਨਾ ਇੱਕ ਨਦੀ ਵਗਦੀ ਸੀ। ਕੁਝ ਜਾਨਵਰਾਂ ਨੇ ਭੱਜ ਕੇ ਉਸ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ। ਜਿਨ੍ਹਾਂ ਨੇ ਨਦੀ ਵਿੱਚ ਛਾਲਾਂ ਮਾਰੀਆਂ ਉਹ ਬਚ ਗਏ। ਇਹ ਗੱਲ
ਉਸ ਸਿੱਖ ਨੇ ਵੇਖੀ ਇਹ ਘਟਨਾ, ਉਸ ਸਿੱਖ ਨੇ ਵੇਖੀ ਤੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਜੋ ਉਹਨੇ ਰਸਤੇ ਵਿੱਚ ਹਾਲਾਤ ਵੇਖੇ ਉਹਦਾ ਬਿਆਨ ਕੀਤਾ। ਆਖਣ ਲੱਗਾ, ਗੁਰੂ ਜੀ ਰਸਤੇ ਵਿੱਚ ਮੈਂ ਇਸ ਤਰ੍ਹਾਂ ਦੀ ਇੱਕ ਘਟਨਾ ਵੇਖੀ। ਗੁਰੂ ਜੀ ਨੇ ਪੁੱਛਿਆ ਵੀ ਮੈਨੂੰ ਇਹ ਗੱਲ ਦੱਸ ਵੀ ਤੂੰ ਆਨਾ ਅੱਗ ਲੱਗੀ ਜੰਗਲ ਵਿੱਚ ਤੇ ਬੜੇ ਪਸ਼ੂ ਪੰਛੀ ਸੜ ਕੇ ਮਰ ਗਏ, ਕੋਈ ਬਚਿਆ ਵੀ ਕਿ ਨਾ? ਉਹਨੇ ਆਖਿਆ, ਜੀ ਜਿਨ੍ਹਾਂ ਪਸ਼ੂਆਂ ਨੇ ਨਦੀ ਵਿੱਚ ਛਾਲਾਂ ਮਾਰਤੀਆਂ ਸਨ ਉਹ ਬਚ ਗਏ ਸਨ। ਗੁਰੂ ਜੀ ਕਹਿੰਦੇ ਨੇ ਤੁਹਾਡੀ ਸਿੱਖਿਆ ਲਈ ਪਰਮੇਸ਼ਵਰ ਬਹੁਤ ਕੁਝ ਕਰਦਾ ਹੈ, ਮਨੁੱਖ ਨੂੰ ਸਮਝਾਉਣ ਲਈ। ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਮਾਨੋ ਸੰਸਾਰ ਰੂਪ ਸਮੁੱਚੇ ਜੰਗਲ ਨੂੰ ਲੱਗੀ ਹੋਈ ਹੈ। ਇਹਦੇ ਵਿੱਚ ਅਸੀਂ ਸਾਰੇ ਜੀਵ ਉਹਨਾਂ ਪਸ਼ੂਆਂ ਪੰਛੀਆਂ ਦੀ ਤਰ੍ਹਾਂ ਜਿਹੜੇ ਉਸ ਜੰਗਲ ਵਿੱਚ ਸਨ। ਗੁਰੂ ਸਮੁੰਦਰ ਦੀ ਭਾਂਤੀ ਹੈ, ਨਿਆਈ ਹੈ। ਜਿਹੜੇ ਲੋਕ ਇਸ ਸੰਸਾਰ ਰੂਪੀ ਤ੍ਰਿਸ਼ਨਾ ਦੀ ਬਲਦੀ ਹੋਈ ਅੱਗ ਵਿੱਚੋਂ ਗੁਰੂ ਰੂਪ ਸਾਗਰ ਵਿੱਚ ਛਲਾਂਗ ਲਗਾ ਦੇਣਗੇ ਉਹ ਬਚ ਨਿਕਲਣਗੇ। ਭਾਵ ਇਹਦਾ ਹੈ ਕਿ ਗੁਰੂ ਦਾ ਪੱਲਾ ਫੜਨਾ, ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜਿਉਣਾ, ਜਿਹੜੇ ਲੋਕ ਗੁਰੂ ਦੀ ਬਾਹ ਫੜ ਲੈਣਗੇ, ਗੁਰੂ ਦਾ ਸ਼ਬਦ ਪੱਲੇ ਬੰਨ੍ਹ ਲੈਣਗੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹ ਨ ਸਾਕੈ ਜਾਲੇ। ਉਹਨੂੰ ਇਹ ਵਿਕਾਰਾਂ ਦੀ ਅੱਗ ਨਹੀਂ ਸਾੜ ਸਕੇਗੀ ਜਿਹਦੇ ਹਿਰਦੇ ਵਿੱਚ ਗੁਰੂ ਦਾ ਬਚਨ ਵਸ ਜਾਏਗਾ। ਸੋ ਆਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰੀਦ ਜੀ ਦਾ ਇਹ ਸ਼ਲੋਕ ਸੁਣ ਕੇ ਸਾਨੂੰ ਸਾਰਿਆਂ ਨੂੰ ਸਮਝਾਈ। ਅਗਲੇ ਸ਼ਲੋਕ ਵਿੱਚ ਫਿਰ ਬਾਬਾ ਫਰੀਦ ਜੀ ਨੂੰ ਸਮਝਾਉਂਦੇ ਨੇ, ਯਾਨੀ ਸਮਝਾਉਂਦੇ ਤੇ ਸਾਨੂੰ ਸਭਨਾਂ ਨੂੰ ਹੀ ਨੇ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ। ਸੁਵੰਨੜੀ ਦੇ ਦਾ ਮਤਲਬ ਹੈ ਸੋਹਣਾ ਸਰੀਰ। ਇਹ ਉਮਰ ਸੋਹਣੀ ਬਣ ਸਕਦੀ ਹੈ, ਇਹ ਸਰੀਰ ਰੂਪੀ ਜਿਹੜੀ ਭੂਮ ਰੰਗਾਵਲੀ ਹੈ ਸੱਚੀ ਮੁੱਚੀ ਰੰਗਾਵਲੀ ਬਣ ਸਕਦੀ ਹੈ ਜੇ ਅਸੀਂ ਪਿਆਰੇ ਨਾਲ ਨੇਹ ਬਣਾ ਲਈਏ, ਜੇ ਅਸੀਂ ਪਿਆਰੇ ਪ੍ਰਭੂ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਈਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਉਹਦੇ ਨਾਲ ਜੇ ਅਸੀਂ ਆਪਣੀ ਸੁਰਤ ਜੋੜ ਲਈਏ। ਪਰ ਗੁਰੂ ਜੀ ਨੇ ਆਖਿਆ, ਫਰੀਦਾ ਵਿਰਲੇ ਕੇਈ ਪਾਈਨ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਉਹ ਵਿਰਲੇ ਜਿਹੇ ਲੋਕ ਹੁੰਦੇ ਨੇ ਜਿਹੜੇ ਆਪਣੀ ਸੁਰਤ ਨੂੰ ਗੁਰੂ ਦੇ ਬਖਸ਼ੇ ਹੋਏ ਸ਼ਬਦ ਨਾਲ ਜੋੜਦੇ ਨੇ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸੀਂ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਹੈ। ਅਸੀਂ ਤੇ ਲੋਕ ਵਿਖਾਵਾ ਹੀ ਕਰਦੇ ਰਹਿ ਗਏ ਸਾਰੀ ਜ਼ਿੰਦਗੀ। ਮੈਂ ਗੁਰਦੁਆਰੇ ਜਾਣਾ, ਮੈਂ ਮੰਦਰ ਜਾਣਾ, ਮੈਂ ਮਸੀਤ ਜਾਣਾ। ਕਦੀ ਸੁਰਤ ਜੁੜੀ ਸ਼ਬਦ ਨਾਲ? ਜੇ ਨਹੀਂ ਜੁੜੀ ਤੇ ਗੁਰਦੁਆਰੇ ਕਿਹੜੇ ਆਉਣਾ ਹੈ ਤੂੰ? ਇਹਨੂੰ ਕੋਈ ਗੁਰਦੁਆਰਾ ਨਹੀਂ ਆਖਿਆ ਜਾਂਦਾ। ਇਹ ਤੇ ਕਲਾਸ ਸੀ ਸਾਡੀ, ਇੱਕ ਧਾਰਮਿਕ ਅਧਿਆਤਮਿਕ ਜਮਾਤ ਸੀ ਇਹ ਤਾਂ ਸਾਡੀ ਇੱਕ। ਅਸੀਂ ਇਹਨੂੰ ਕੋਈ ਹੋਰ ਹੀ ਰੂਪ ਦੇ ਕੇ ਬਹਿ ਗਏ। ਇੱਥੋਂ ਸਿੱਖ ਕੇ ਤੇ ਫਿਰ ਅਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਸੀ। ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜੇਗੀ ਉਦੋਂ ਤੁਸੀਂ ਗੁਰਦੁਆਰੇ ਪਹੁੰਚੋਗੇ। ਉਸ ਤੋਂ ਪਹਿਲਾਂ ਇਹ ਤੇ ਰਸਤਾ ਹੈ ਉੱਥੇ ਪਹੁੰਚਣ ਲਈ। ਇੱਕ ਰਸਤਾ, ਇੱਕ ਸੀੜੀਆਂ ਹਨ, ਪੌੜੀਆਂ ਹਨ। ਅਸੀਂ ਗੁਰਦੁਆਰੇ ਆਉਣਾ ਹੈ, ਬਾਣੀ ਦਾ ਪਾਠ ਕਰਨਾ ਹੈ, ਕੀਰਤਨ ਸੁਣਨਾ ਹੈ, ਕਥਾ ਕਰਨੀ ਸੁਣਨੀ ਹੈ। ਇਹ ਮੰਜ਼ਿਲ ਨਹੀਂ ਹਨ, ਇਹ ਪੌੜੀਆਂ ਦੇ ਡੰਡੇ ਹਨ, ਪੜਾਅ ਹਨ। ਇਹਨਾਂ ਤੋਂ ਅੱਗੇ ਲੰਘ ਕੇ ਅਸੀਂ ਮੰਜ਼ਿਲ ਸੀ ਸਾਡੀ ਗੁਰਦੁਆਰਾ। ਤੇ ਗੁਰਦੁਆਰੇ ਵਿੱਚ ਪਹੁੰਚਣਾ ਸੁਰਤ ਨਾਲ, ਸੁਰਤ ਨੂੰ ਸ਼ਬਦ ਵਿੱਚ ਜੋੜ ਕੇ। ਫਰੀਦਾ ਉਮਰ ਸੁਹਾਵੜੀ, ਜੇ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਏ ਤੇ ਸਾਡੀ ਇਹ ਉਮਰ ਸੋਹਣੀ ਬਣ ਸਕਦੀ ਏ। ਇਹ ਸਾਡੀ ਦੇਹ ਵੀ ਅਰੋਗ ਹੋ ਸਕਦੀ ਏ। ਪਰ ਵਿਰਲੇ ਕੇਈ ਪਾਈਨ, ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਪਿਆਰ ਆਪਣੇ ਪਿਆਰੇ ਨਾਲ ਬਣ ਜਾਂਦਾ ਹੈ,
ਉਹ ਸੰਸਾਰ ਵਿੱਚ ਵਿਰਲੇ ਹੀ ਪਾਏ ਜਾਂਦੇ ਨੇ। ਸੋ ਜੀ ਆਪਾਂ ਯਤਨ ਕਰੀਏ ਕਿ ਆਪਾਂ ਗੁਰੂ ਕੀ ਬਾਣੀ ਨੂੰ ਵਿਚਾਰਦੇ ਹਾਂ, ਸਮਝਦੇ ਹਾਂ, ਤੇ ਆਪਾਂ ਆਪਣੀ ਸੁਰਤ ਨੂੰ ਹੁਣ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੀਏ। ਪਹਿਲੇ ਦਿਨ ਨਹੀਂ ਜੁੜਨੀ, ਪਰ ਕੋਸ਼ਿਸ਼ ਕਰਨ ਦੇ ਨਾਲ ਐਸਾ ਨਹੀਂ ਕਿ ਜੁੜ ਨਹੀਂ ਸਕਦੀ, ਇਹ ਜ਼ਰੂਰ ਜੁੜ ਸਕਦੀ ਏ, ਪਰ ਜੇ ਜੋੜਨ ਦੀ ਸਾਡੀ ਨੀਅਤ ਹੋਏਗੀ ਤਾਂ। ਇੰਨੇ ਕੁ ਸ਼ਬਦ ਅੱਜ ਤੁਸੀਂ ਪ੍ਰਵਾਨ ਕਰਨਾ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਗੁਰਬਾਣੀ ਵਿਚਾਰ ਨੂੰ ਸ਼ਰਵਣ ਕੀਤਾ ਹੈ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।